सत श्री अकाल जी सारिਆਂ ਨੂੰ। दिस इज़ कवलजीत ਤੇ ਅੱਜ ਆਪਾਂ ਡਿਸਕਸ ਕਰਾਂਗੇ ਬੋਹਰ ਪੋਸਟੂਲੇਟਸ। ਬੋਹਰ ਦੇ ਪੋਸਟੂਲੇਟ ਆਪਾਂ ਜਿਹੜੇ ਆ ਉਹ ਡਿਸਕਸ ਕਰਨੇ ਆ ਜਾਂ ਆਪਾਂ ਕਹਿ ਸਕਦੇ ਕਿ ਬੋਹਰ ਮਾਡਲ ਆਫ ਹਾਈਡਰੋਜਨ ਐਟਮ ਜਿਹੜਾ ਉਹ ਅੱਜ ਆਪਾਂ ਡਿਸਕਸ ਕਰਾਂਗੇ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਥੌਮਸਨ ਐਟੋਮਿਕ ਮਾਡਲ। ਉਸ ਤੋਂ ਬਾਅਦ ਆਪਾਂ ਜਿਹੜਾ ਸੀਗਾ ਰਦਰਫੋਰਡ ਐਟੋਮਿਕ ਮਾਡਲ ਜਿਹੜਾ ਸੀਗਾ ਡਿਸਕਸ ਕੀਤਾ। ਇਹਦੇ ਵਿੱਚ ਅੱਜ ਜਿਹੜਾ ਵਾ ਬੋਹਰ ਨੇ ਕੀ ਐਟਮਸ ਦੇ ਉੱਤੇ ਕੀ ਆਪਣੇ सिद्धांत की दिते ਜਾਂ ਆਪਾਂ ਕਹੀਏ ਕਿ ਉਹਦੇ ਕੀ ਪੋਸਟੂਲੇਟ ਸੀਗੇ, ਉਹਦੀਆਂ ਕੀ ਧਾਰਨਾਵਾਂ ਸੀਗੀਆਂ ਐਟਮਸ ਦੇ ਬਾਰੇ ਜਾਂ ਉਹ ਕੀ ਸੋਚਦਾ ਐਟਮ ਦੇ ਬਾਰੇ ਜਾਂ ਉਹਨੇ ਜੋ ਵੀ ਰਿਸਰਚ ਕੀਤੀ ਉਹਦੇ ਤੋਂ ਕੀ ਪ੍ਰੂਵ ਕੀਤਾ ਉਹਨੇ ਐਟਮਸ ਦੇ ਬਾਰੇ ਉਹਦੇ ਜਿਹੜੇ ਪੋਸਟੂਲੇਟ ਆ ਉਹ ਆਪਾਂ ਇੱਥੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਇਹਦਾ ਇੱਥੇ ਪੋਸਟੂਲੇਟ ਆ that is a Bohr's first postulate। फर्स्ट postulate ਦੇ ਵਿੱਚ ਉਹਨੇ ਰਦਰਫੋਰਡ ਦੇ ਉਸ ਸਵਾਲ ਦਾ ਜਵਾਬ ਦੇ ਦਿੱਤਾ ਸੀ ਜਿਹਦੇ ਵਿੱਚ ਆਪਾਂ ਪਿੱਛੇ ਡਿਸਕਸ ਕੀਤਾ ਵਾ ਲਿਮਿਟੇਸ਼ਨ ਸੀਗੀ ਰਦਰਫੋਰਡ ਦੀ। ਜਦੋਂ ਮੈਕਸਵੈਲ ਨੇ ਕਿਹਾ ਸੀਗਾ ਕਿ ਜੋ ਜਿਹੜਾ ਵਾ ਇਲੈਕਟ੍ਰੋਨਸ ਆ ਰਿਵੋਲਵ ਹੁੰਦਾ ਰਹਿੰਦਾ ਤਾਂ ਉਹਦੇ ਵਿੱਚੋਂ ਰੇਡੀਏਸ਼ਨਸ ਅਗਰ ਨਿਕਲਦੀਆਂ ਤੇ ਰੇਡੀਏਸ਼ਨਸ ਨਿਕਲਣ ਦੇ ਨਾਲ ਜਿਹੜਾ ਉਹਦਾ ਆਰਬਿਟ ਆ ਉਹ ਕੀ ਆ ਛੋਟਾ ਹੁੰਦਾ ਜਾਂਦਾ, ਆਰਬਿਟ ਛੋਟਾ ਹੁੰਦਾ ਜਾਂਦਾ ਤੇ ਉਹ ਆ ਕੇ ਬਿਲਕੁਲ ਜਿਹੜਾ ਵਾ ਜਦੋਂ ਨਿਊਕਲੀਅਸ ਦੇ ਕੋਲ ਆ ਜਾਂਦਾ ਬਿਲਕੁਲ ਤੇ ਨਿਊਕਲੀਅਸ ਦੇ ਕੋਲ ਆ ਕੇ ਉਹ ਕੀ ਇੱਕ ਤਰ੍ਹਾਂ ਦਾ ਖਤਮ ਹੋ ਜਾਂਦਾ। ਤੇ ਮੈਕਸਵੈਲ ਨੇ ਇਹ ਪ੍ਰੂਵ ਕੀਤਾ ਸੀਗਾ ਕਿ ਰਦਰਫੋਰਡ ਦਾ ਫਿਰ ਰਦਰਫੋਰਡ ਦੀ ਜਿਹੜੀ ਥਿਊਰੀ ਆ ਕਿ ਜਿਸ ਤਰੀਕੇ ਦੇ ਨਾਲ ਰਦਰਫੋਰਡ ਕਹਿੰਦਾ ਕਿ ਇਲੈਕਟ੍ਰੋਨਸ ਜਿਹੜਾ ਰਿਵੋਲਵ ਹੋ ਰਿਹਾ ਉਹਦੇ ਵਿੱਚੋਂ ਰੇਡੀਏਸ਼ਨਸ ਨਿਕਲਦੀਆਂ ਵਾ, ਉਹ ਥਿਊਰੀ ਜਿਹੜੀ ਆ ਉਹ ਫੇਲ ਹੋ ਜਾਂਦੀ ਆ ਇਸ ਕੰਡੀਸ਼ਨਸ ਦੇ ਵਿੱਚ। ਤੇ ਉਸ ਸਵਾਲ ਦਾ ਜਵਾਬ ਜਿਹੜਾ ਸੀਗਾ ਇੱਥੇ ਦਾ ਬੋਹਰ ਨੇ ਆਪਣੇ ਫਸਟ ਪੋਸਟੂਲੇਟ ਦੇ ਵਿੱਚ ਜਿਹੜਾ ਦਿੱਤਾ। ਬੋਹਰ ਕੀ ਕਹਿੰਦਾ, ਬੋਹਰ ਨੇ ਆਪਣੇ ਫਸਟ ਪੋਸਟੂਲੇਟ ਕਿਹਾ ਕਹਿੰਦਾ ਐਨ ਐਟਮ ਇਨ ਐਨ ਇਲੈਕਟ੍ਰੋਨ ਇਨ ਐਨ ਐਟਮ could revolve in the certain stable orbit। ਕਹਿੰਦਾ ਇੱਕ ਸਟੇਬਲ ਆਰਬਿਟ ਦੇ ਵਿੱਚ ਜਿਹੜਾ ਇਲੈਕਟ੍ਰੋਨ ਆ ਉਹ ਰਿਵੋਲਵ ਕਰਦਾ ਰਹਿੰਦਾ ਵਾ ਤੇ ਵਿਦਆਊਟ ਐਮਿਸ਼ਨ ਆਫ ਰੇਡੀਏਂਟ એનર્ਜੀ। ਕਹਿੰਦਾ ਕਿਸੇ ਤਰੀਕੇ ਦੀ ਉਹਦੇ ਵਿੱਚੋਂ ਰੇਡੀਏਸ਼ਨ એનર્ਜੀ ਜਾਂ ਕਿਸੇ ਤਰ੍ਹਾਂ ਦੀ ਕੋਈ ਰੇਡੀਏਸ਼ਨ ਜਿਹੜੀ ਆ ਉਹਦੇ ਵਿੱਚੋਂ ਨਹੀਂ ਨਿਕਲਦੀ ਇਲੈਕਟ੍ਰੋਨਸ ਦੇ ਵਿੱਚੋਂ। ਉਹ ਸਿਰਫ ਆਪਣੀ ਇੱਕ ਕਾਂਸਟੈਂਟ ਜਿਹੜਾ ਇੱਕ ਉਹਦਾ ਪਾਰਟਿਕੂਲਰ ਜਿਹੜਾ ਕਹਿ ਸਕਦੇ ਆ ਕਿ ਆਰਬਿਟ ਆ ਸਟੇਬਲ ਆਰਬਿਟ ਆ ਉਹਦੇ ਵਿੱਚ ਕੀ ਆ ਉਹ ਰਿਵੋਲਵ ਕਰਦਾ ਰਹਿੰਦਾ। ਇਹਨੇ ਕਿਹਾ ਇੱਥੇ ਸਟੇਬਲ ਆਰਬਿਟ ਆ ਤੇ ਬਿਨਾਂ ਕਿਸੇ ਜਿਹੜੇ ਵਿਦਆਊਟ ਐਮਿਸ਼ਨ ਆਫ ਐਨੀ ਰੇਡੀਐਂਟ એનર્ਜੀ ਦੇ ਇਹ ਕੀ ਕਰਦਾ ਰਹਿੰਦਾ ਵਾ ਘੁੰਮਦਾ ਰਹਿੰਦਾ ਉਹਦੇ ਵਿੱਚ। ਠੀਕ ਹੈ, ਜੇ ਉਹਨੂੰ ਪੁੱਛਿਆ ਗਿਆ ਕਿ ਠੀਕ ਹੈ ਅਗਰ ਉਸ ਆਰਬਿਟ ਦੇ ਵਿੱਚ ਘੁੰਮਦਾ ਰਹਿੰਦਾ ਤੇ ਉਹ ਕਿਸ ਤਰੀਕੇ ਦੇ ਨਾਲ ਉਹਦੇ ਵਿੱਚ ਘੁੰਮਦਾ ਵਾ, ਹਾਊ ਕੈਨ ਮੀਨਸ ਡੈਟ ਰਿਵੋਲਵ ਇਨ ਆਰਬਿਟ, ਉਹ ਆਰਬਿਟ ਦੇ ਵਿੱਚ ਕਿੱਦਾਂ ਘੁੰਮਦਾ। ਤੇ ਫਿਰ ਬੋਹਰ ਨੇ ਉਹਦਾ ਜਵਾਬ ਦਿੱਤਾ ਕਹਿੰਦਾ the centimeter force required for revolutions is provided by the electrostatic force। ਕਹਿੰਦਾ ਕੀ ਆ ਹੁਣ ਇਲੈਕਟ੍ਰੋਸਟੈਟਿਕ ਫੋਰਸ ਦੇ ਦੁਆਰਾ, ਕਿਉਂਕਿ ਸਾਨੂੰ ਪਤਾ ਕਿ ਇਲੈਕਟ੍ਰੋਨਸ ਦੇ ਉੱਤੇ ਇੱਕ ਨੈਗੇਟਿਵ ਚਾਰਜ ਆ ਤੇ ਜਿਹੜਾ ਨਿਊਟਰੋਨਸ ਜਿਹੜਾ ਨਿਊਕਲੀਅਸ ਦੇ ਵਿੱਚ ਜਿਹੜਾ ਪ੍ਰੋਟੋਨ ਪਿਆ ਹੋਇਆ ਵਾ, ਨਿਊਕਲੀਅਸ ਦੇ ਵਿੱਚ ਜਿਹੜਾ ਪ੍ਰੋਟੋਨ ਪਿਆ ਹੋਇਆ ਵਾ ਡੈਟ ਹੈਵ ਪੋਜ਼ਿਟਿਵ ਚਾਰਜ। ਉੱਥੇ ਨੈਗੇਟਿਵ ਉੱਥੇ ਪੋਜ਼ਿਟਿਵ, ਨੈਗੇਟਿਵ ਤੇ ਪੋਜ਼ਿਟਿਵ ਤੋਂ ਜਿਹੜੀ ਫਿਰ ਇੱਕ ਫੋਰਸ ਪੈਦਾ ਹੁੰਦੀ ਹੈ ਦੈਟ ਇਜ਼ ਕਾਲਡ ਇਲੈਕਟ੍ਰੋਸਟੈਟਿਕ ਫੋਰਸ। ਕਹਿੰਦਾ ਦੋਵਾਂ ਦੇ ਵਿੱਚ ਇਲੈਕਟ੍ਰੋਨਸ ਦੇ ਵਿੱਚ ਪ੍ਰੋਟੋਨਸ ਦੇ ਵਿੱਚ ਜਾਂ ਆਪਾਂ ਕਹੀਏ ਕਿ ਨਿਊਕਲੀਅਸ ਦੇ ਵਿੱਚ ਜਿਹੜਾ ਸੀਗਾ ਉਹ ਕੀ ਹੈ ਇੱਕ ਇਲੈਕਟ੍ਰੋਸਟੈਟਿਕ ਫੋਰਸ ਆ, ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ। ਠੀਕ ਹੈ, ਕਿਹਦੇ ਵਿੱਚ ਹੁੰਦਾ ਇਲੈਕਟ੍ਰੋਨ ਦੇ ਵਿੱਚ ਤੇ ਨਿਊਕਲੀਅਸ ਦੇ ਵਿੱਚ। ਤੇ ਜਦੋਂ ਉਹ ਉਸ ਫੋਰਸ ਦੇ ਨਾਲ ਉਹ ਜਿਹੜਾ ਰਿਵੋਲਵ ਕਰਦਾ ਤੇ ਸਾਨੂੰ ਇਹ ਵੀ ਪਤਾ ਆਪਾਂ ਪਲੱਸ 1 ਦੇ ਵਿੱਚ ਪੜ੍ਹਿਆ ਵਾ ਕਿ ਜਦੋਂ ਫਿਰ ਕੋਈ ਕਿਸੇ ਚੀਜ਼ ਦੇ ਦੁਆਰੇ ਕੋਈ ਚੀਜ਼ ਜਿਹੜੀ ਹੈ ਸਰਕੂਲਰ ਪਾਥ ਦੇ ਵਿੱਚ ਰਿਵੋਲਵ ਹੁੰਦੀ ਹੈ ਤੇ ਕਿਹੜੀ ਫੋਰਸ ਪੈਦਾ ਹੋ ਜਾਂਦੀ ਆ, ਸੈਂਟਰੀਪੀਟਲ ਫੋਰਸ ਪੈਦਾ ਹੋ ਜਾਂਦੀ ਆ। ਕਿਹੜੀ ਫੋਰਸ ਪੈਦਾ ਹੁੰਦੀ ਆ, ਸੈਂਟਰੀਪੀਟਲ ਫੋਰਸ ਪੈਦਾ ਹੁੰਦੀ। ਇੱਥੇ ਫਿਰ ਇਹਨੇ ਦੋ ਚੀਜ਼ਾਂ ਦੇ ਬਾਰੇ ਜ਼ਿਕਰ ਕੀਤਾ, ਵਨ ਇਜ਼ ਅ ਸੈਂਟਰੀਪੀਟਲ ਫੋਰਸ, another is the electrostatic force। ਹੁਣ ਦੋ ਚੀਜ਼ਾਂ ਇੱਥੇ ਨੇ ਫਸਟ ਪੋਸਟੂਲੇਟ ਦੇ ਵਿੱਚ ਕਹਿੰਦਾ ਕੀ ਕਹਿੰਦਾ ਵਾ, ਕਹਿੰਦਾ ਕਿ ਜਿਹੜੀ ਸੈਂਟਰੀਪੀਟਲ ਫੋਰਸ ਆ ਵੀ ਨੋ ਜਾਂ ਆਪਾਂ ਇੱਥੇ ਲੈ ਦਿੰਦੇ ਆ therefore centripetal force is equal to F is equal to ਕਿਹੜੀ ਇਕੁਅਲ ਹੁੰਦੀ ਆ mv squared over r and there is another force that is the electrostatic force ਜਿਹਦੇ ਤੋਂ ਸੈਂਟਰੀਪੀਟਲ ਫੋਰਸ ਜਿਹੜੀ ਆ ਉਹ ਬਣਦੀ ਪਈ ਹੈ। ਉਹ ਕਿਹੜੀ ਆ electrostatic force? electrostatic force is the force of attraction that is F is equal to electrostatic force F is equal to 1 over 4 pi epsilon naught। ਆਪਾਂ ਇਲੈਕਟ੍ਰੋਸਟੈਟਿਕ ਵਾਲਾ ਜਿਹੜਾ ਚੈਪਟਰ ਸੀਗਾ ਉਹਦੇ ਵਿੱਚ ਆਪਾਂ ਡਿਸਕਸ ਕੀਤੀ ਆ ਫੋਰਸ 1 over 4 pi epsilon naught q1 q2 over r square। ਤੇ ਇੱਥੇ ਕੀ ਆ F is equal to 1 over 4 pi epsilon naught, F is equal to 1 over 4 pi epsilon naught। ਦੈਨ ਉਸ ਤੋਂ ਬਾਅਦ ਜਿਹੜਾ q1 ਤੇ q2 ਕੀ ਆ, q1 ਜਿਹੜਾ ਵਾ ਇਹ ਸਾਡੇ ਕੋਲ ਆ ਜਾਊਗਾ ZD and E।
बिकॉज इतने आप इलैक्ट्रॉन्स की गल कर जेड डी एंड ई दैन आर स्केल हुण इत्थे ये सारे जिहड़ा इक्वेशन दो बनियां आर डी एफ की वैल्यू आप इदां लिख सकते एफ इज इक्वल टू ए की जगह ते लिख दो के इज द कांस्टेंट बिकॉज 1/4 एप्सिलॉन नॉट जिहड़ा वा इहदी वैल्यू की आ ये कांस्टेंट वैल्यू ठीक है इस करके इहदी जगह ते अपन के लिख देंगे आ एज इट इज एज जेड ई डी स्क्वायर ओवर आर हुण देखो आ भी एक फोर्स की वैल्यू आ भी एक फोर्स की वैल्यू आ जिहड़ा स्टार आप इक्वेशन लिख लेंगे आ भी एक स्टार इक्वेशन हुण ये दोवें फोर्स दी वैल्यू दोवां नूं कंपेयर कर दिंदे आ ते वी गेट जो दोवां नूं आपां कंपेयर कर दिंदे आ ते साडे कोल की आ जांदा जो आप दोनों कंपेयर करते हैं तो वी गेट एम वी डी स्केयर ओवर आर इज इक्वल टू के जेड ए डी स्केयर ओवर आर डी स्केयर ये जी वैल्यू सेट को आ जाती है ये दिस इज अ बहुत फर्स्ट पोस्टुलेट यू कैन नोट इट डाउन विद इक्वेशन 1 सो दिस इज अ बहुत फर्स्ट पोस्टुलेट ये इक्वेशन जी बहुत इंपॉर्टेंट आ अगे आप अलग अलग जो डिस्कस करना वा उसका रेडियस करना वा या आप एनर्जी कैलकुलेट करनी या वेलोसिटी ऑफ इलैक्ट्रॉन की करनी वो जी यूज होनी है इतने तक जो नोट कर लें बोहर का जो सैकेंड पोस्टुलेट सीगा ਉਹਦੇ ਵਿੱਚ ਉਹਨੇ ਕੀ ਦੱਸਿਆ ਸੈਕੰਡ ਪੋਸਟੂਲੇਟ ਦੇ ਵਿੱਚ ਬੋਹਰ ਨੇ ਫਿਰ ਡਿਸਕਸ ਕੀਤਾ ਕਹਿੰਦਾ ਐਨ ਇਲੈਕਟ੍ਰॉन्स कैन रिवॉल्व अराउंड द न्यूक्लियस सब तो पहले मैं ये दस दवां कि जिद्दां रदरफोर्ड ने जिहड़ी रदरफोर्ड की सैकेंड लिमिटेशन सी भी आपां पढ़ी ਉਹਦੇ ਵਿੱਚ ਉਹਨੇ इलैक्ट्रॉन्स ਦੇ ऑर्बिट ਦੇ बारे सानू नहीं सी दस्सिया कि कित्थे घूम रहा इलैक्ट्रॉन जो उन्होंने पूछा गया कि वेयर इलैक्ट्रॉन इज रिवॉल्व तो उन्हें कहा आ न्यूक्लियस हत्थ ते भी उन्होंने जिहड़ा वा वो घुमा लो किसी भी जगह से जो इलैक्ट्रॉन्स को घुमा दो कहने का भाव कि फिर बोहर ने जो एक पर्टिकुलर ऑर्बिट के बारे दसिया भी किस ऑर्बिट के जो इलैक्ट्रॉन आ वो रिवॉल्व करूगा कहना एन इलैक्ट्रॉन कैन रिवॉल्व अराउंड द न्यूक्लियस कहना जो इलैक्ट्रॉन्स आ वो रिवॉल्व करूगा न्यूक्लियस के दुआले इन ओनली दोज ऑर्बिट सिर्फ उस ही ऑर्बिट दे विच वेयर एन एंगुलर मोमेंटम इन्हें बड़ी वड्डी गल की कि एंगुलर मोमेंटम जिहड़ा वा एंगुलर मोमेंटम is of the revolving electron जेड़ा इलेक्ट्रॉन रिवॉल्व कर रहा है वो जेड़ा एंगुलर मोमेंटम है ना दैट इज केदे इक्वल होवे इंटीग्रल मल्टीपल इंटीग्रल मतलब n अगर फर्स्ट ऑर्बिट दे विच घूम रहा ते इंटीग्रल दी वैल्यू तो n इज इक्वल टू 1 अगर सेकंड दे विच घूम रहा इंटीग्रल n दी वैल्यू क्या होगी 2 3 4 5 6 एंड अप टू सो ऑन कहंदा जेड़ा एंगुलर मोमेंटम आ वो इक्वल होवे इंटीग्रल मल्टीपल ऑफ h over 2 pi h is a Planck constant in its value कहने का भाव this is the angular momentum L ਦੇ ਨਾਲ ਤੁਸੀਂ ਡਿਨੋਟ ਕਰਦੇ ਹੋ ਤੁਸੀਂ +1 ਦੇ ਵਿੱਚ ਐਂਗੂਲਰ ਮੋਮੈਂਟਮ ਦੇ ਬਾਰੇ ਜਿਹੜਾ ਵਾ ਉਹ ਪੜਿਆ ਵਾ ਜਾਂ ਡਿਸਕਸ ਕੀਤਾ ਵਾ ਇਹਨਾਂ m v r ਇਸ ਐਂਗੂਲਰ ਮੋਮੈਂਟਮ ਮਾਸ ਵੈਲੋਸਿਟੀ ਐਂਡ ਰੇਡੀਅਸ ਆਫ ਦ ਆਰਬਿਟ ਦੀ ਗੱਲ ਕਰ ਰਿਹਾ ਤੇ ਆਰਬਿਟ ਦਾ ਰੇਡੀਅਸ ਇਜ਼ ਇਕੁਅਲ ਟੂ a n h over 2 pi n any integral अगर सपोज इंटीग्रल ਆਪਾਂ ਗੱਲ ਕਰਦੇ ਹਾਂ कि जी सीरीज बनी हुई है n इज इक्वल टू 1 2 3 4 n मतलब अगर वो फर्स्ट ऑर्बिट दे विच घूम रहा अगर वो फर्स्ट ऑर्बिट दे सपोज घूम रहा तो ओदी एक कांस्टेंट वैल्यू ओदे जेड़ा h ओवर 2 पाई जेड़ा वा या n h ओवर 2 पाई ओदी वैल्यू इक्वल होनी चाहिए लीनियर मोमेंट एंगुलर मोमेंटम मीन टू से दैट कि एंगुलर मोमेंटम जेड़ा ये इक्वल है देन वो जेड़ा वा उस ऑर्बिट दे विच घूम सकदा ठीक है अगर ये एंगुलर मोमेंटम जेड़ा वा वो इक्वल दिस वैल्यू आवे देन वी कैन से इट इज रिवॉल्व इन दिस पर्टिकुलर ऑर्बिट हाँ फिर आप कहांगे हाँ एक पहले ऑर्बिट दे विच घूम सकदा क्योंकि ਇਹਦਾ एंगुलर मोमेंटम इन्ना ਆਪਾਂ कैलकुलेट करके रखिया हाँ ये दूसरे ऑर्बिट दे विच घूम सकदा क्योंकि ਇਹਦਾ एंगुलर मोमेंटम इन्ना ठीक है ਇਹ ਨਹੀਂ ਵੀ ਕਿਤੇ ਵੀ ਜਿੱਥੇ ਮਰਜ਼ੀ ਨਹੀਂ ਘੁੰਮ ਸਕਦਾ ਆਪਣੀ ਮਰਜ਼ੀ ਦੇ ਨਾਲ क्लियर then ये जी इक्वेशन आ ये बारे डी ब्रोगली ने जो एक्सप्लेन किया या इसकी डेरीवेशन जी उन्हें की है बोहर ने 1913 ਦੇ ਵਿੱਚ 1913 ਦੇ ਵਿੱਚ ਜਿਹੜਾ ਸੀਗਾ बोहर ने इस इक्वेशन के बारे सानू दस्सिया सीगा बट इसकी डेरीवेशन नहीं सी दित्ती ये फार्मूला हाउ कैन दिस फार्मूला फॉर्म ये फार्मूला बनया किदा ਇਹਦੇ बारे सानू अगे जाके फिर डी ब्रोगली ने ਜਿਹੜਾ ਸੀਗਾ ਉਹ ਦੱਸਿਆ ਇਹਨੂੰ नोट कर लो द थर्ड जो फिर इन्हें सन पोस्टुलेट दिता बोहर ने
थर्ड पोस्टुलेट बहुत ही कहता एंड इलेक्ट्रॉन्स कैन एमिट एंड अब्जॉर्ब रेडिएशन इन द फॉर्म ऑफ डिस्क्रीट पार्टिकल्स कॉल्ड फोटॉन्स। हुण इत्थे फोटॉन्स दी जिक्र कीता। फोटॉन्स एनर्जी पार्टिकल हुंदे आ जां आपां कह सकदे कि एनर्जी दे नाल भरे होए, जिद्दां सपोज आपां होली दे दिनां दे विच आपां कह सकदे कि होलियां दे दिनां दे विच तुसीं वेखिआ होगा छोटे छोटे बलून हुंदे आ ते आपां उहनां दे विच की आ पानी भर दिंदे आ। पानी भर दिंदे आ ते कोई रस्ते 'च जा रहा होवे जां यार दोस्तां दे नाल ओह जदों बलून आपां मारदे आ ते डैट वाटर इज स्प्रैड, वो पानी जिहड़ा खिलर जांदा उहनां दे। सिमिलर लाइक दैट फोटॉन्स जिहड़े हुंदे आ वो भी स्मॉल जिहड़े बलून की तरह स्मॉल पार्टिकल्स हुंदे आ जिन्हां दे विच एनर्जी जिहड़ी ओह की आ भरी हुंदी है। तो ये जो किसी के नाल जाके वजदे आ ये सारी जी एनर्जी है जिस तरीके वाटर उन्होंने उत्ते जाके स्प्रैड हो गया सी उन्होंने सारी जी एनर्जी आ दे देंगे आ। जिद्दां आपां सपोज मेरे को कड़ा वा तो अगर मैं धुप्प दे विच रख दूंगा तो की होएगा कि धुप्प दे विच जिहड़े पार्टिकल्स जिहड़े फोटॉन्स आ रहे हैं धुप्प दे जिहड़े फोटॉन्स आ रहे जिहड़े लाइट दे फोटॉन्स आ रहे हैं वो आके इहदे वजी जाणगे ते इह की हो जाऊगा गर्म हो जाऊगा। मेन टू से डैट कि उन्होंने अपनी एनर्जी इहदे विच ट्रांसफर कर दी। सिमिलर लाइक डैट इत्थे भी किया कहंदा एंड इलैक्ट्रॉन्स कैन एमिट। हुण की कहंदा जिहड़ा इलैक्ट्रॉन्स आ ना वो अपने ऑर्बिट नूं उदों ही छड्ड सकदा जिहड़ा इलैक्ट्रॉन्स आ इत्थे एक चीज़ की कहंदा एमिट करना अपने ऑर्बिट नूं छड्ड के बाहर निकल जाना जां अब्जॉर्ब कर लेना। ये एमिट ते अब्जॉर्ब किहनूं करदा वा रेडिएशन नूं। जो रेडिएशन केड़ियां रेडिएशनस आए ये फोटॉन्स दी रेडिएशन। फोटॉन्स जिहड़ा फोटॉन की एनर्जी है एक तरह ये फोटॉन की एनर्जी नूं अब्जॉर्ब भी कर लैंदा ते एमिट भी करदा वा अपने विचों बाहर भी कढदा वा ते अब्जॉर्ब भी कर लैंदा। कदों ओनली वैन इट इज जंप फ्रॉम सिर्फ उदों एमिट कदों करूगा वैन इट जंप फ्रॉम हायर टू लोअर एनर्जी स्टेट। जो ये हायर ऑर्बिट तो लोअर दे विच जाऊगा उदों की करूगा ये चो एनर्जी बाहर निकलूगी। एंड वैन इट इज जंप फ्रॉम लोअर टू हायर ऑर्बिट जो वो लोअर टू हायर दे विच जाऊगा उदों एनर्जी नूं की करूगा रेडिएशन भी करूगा अब्जॉर्ब करूगा। किवें सपोज साडे कोल एक इत्थे न्यूक्लियस आ इहदा फर्स्ट ऑर्बिट आ इहदा सैकेंड ऑर्बिट इहदा पहला ऑर्बिट आ इत्थे n इज इक्वल टू 1 इत्थे n इज इक्वल टू 2। हुण इलैक्ट्रॉन्स जिहड़ा वा इत्थे रिवॉल्व करदा पिया। सपोज दिस इज अ इलैक्ट्रॉन विच इज रिवॉल्विंग अराउंड अ न्यूक्लियस इन अ फर्स्ट ऑर्बिट। अगर ये फर्स्ट ऑर्बिट दे विच इलैक्ट्रॉन्स जिहड़ा वा रिवॉल्व कर रहा है तो व्हाट इज द एनर्जी ऑफ फर्स्ट ऑर्बिट? द एनर्जी ऑफ फर्स्ट ऑर्बिट इज इक्वल टू E1 एंड व्हाट इज द एनर्जी ऑफ second orbit? The energy is E2. What we are saying कि ऐसे कह रहे हैं कि emit and absorb। emit कदों करूँगा? emit when jump from higher to lower। अगर इधर मारा इथों एन आ गया इधरली तो इधर आ गया then higher to lower आया मींस एनर्जी भी करूँगा emit करूँगा इहदे चों बाहर निकलेगी एनर्जी फोटॉन्स की फॉर्म दे विच जो फोटॉन्स पार्टिकल जिन्हां तो एनर्जी ली वो रेडिएशनस बाहर कढणगे। दैन इस तो बाद अगर वो लोअर टू हायर दे विच जांदा सपोज एक तो इधर नूं जांदा then it absorb energy। How can we calculate that energy? The Einstein E is equal to m nu Planck constant into frequency is equal to E2 minus E1। आ जिहड़ा वा ये भी किया एनर्जी की वैल्यू E is equal to h नहीं हुंदा तां करके E is equal to E2 minus E1। अगर इधरों ले रहा अगर ये इनिशियल आ इहदे चों इधर जा रहा है इधर इधर आ रहा आपां उस हिसाब दे नाल एनर्जी जिहड़ी आ उहनूं लिख लांगे E2 minus E1 करके। फिर जिहड़ी साडे को कितनी एनर्जी जिहड़ी आ उहनूं लगी जो हायर टू लोअर गया या लोअर टू हायर गया वो एनर्जी को कैलकुलेट करने वास्ते सपोज अगर इत्थे जिहड़ी आ वो 10 जाउल वैसे आप जाउल दे विच नहीं इहनूं लिखदे माइक्रो इलैक्ट्रोवोल्ट दे विच लिखदे हां। सपोज वैसे एग्जांपल आप कर रहे 10 इत्थे जिहड़ी वो 7 क्लीयर। सो आप करांगे 10 दे विचों 7 ते कितनी एनर्जी उहनूं लगी 3 जाउल। वैसे आप एनर्जी जी लिखते हैं वो इलैक्ट्रोवोल्ट दे विच लिखते हैं नोट कर लो इहनूं।